ਹੈਦੀ ਨੇ ਪੜ੍ਹਨਾ ਸਿੱਖਿਆ। ਹੈਦੀ ਕਹਾਣੀ ਇੱਕ 8 ਸਾਲ ਦੀ ਸਵਿਸ ਯਤੀਮ ਦੀ ਹੈ ਜੋ ਆਪਣੇ ਦਾਦਾ ਜੀ ਨਾਲ ਸਵਿਟਜ਼ਰਲੈਂਡ ਦੇ ਐਲਪਸ ਵਿੱਚ ਰਹਿਣ ਜਾਂਦੀ ਹੈ। ਉਹ ਪਹਾੜਾਂ, ਫੁੱਲਾਂ ਅਤੇ ਜਾਨਵਰਾਂ ਨੂੰ ਪਿਆਰ ਕਰਦੀ ਵੱਡੀ ਹੁੰਦੀ ਹੈ। ਉਸ ਦੀ ਪੀਟਰ ਨਾਲ ਦੋਸਤੀ ਹੈ ਜੋ ਕਿ ਆਪਣੇ ਦਾਦਾ ਜੀ ਦੀਆਂ ਬੱਕਰੀਆਂ ਚਾਰਦਾ ਹੈ। ਜਦੋਂ ਉਸ ਨੂੰ ਅਮੀਰ ਲੜਕੀ ਕਲਾਰਾ ਦਾ ਦੋਸਤ ਬਣਨ ਲਈ ਫਰੈਂਕਫਰਟ ਭੇਜਿਆ ਜਾਂਦਾ ਹੈ ਤਾਂ ਉਹ ਬਹੁਤ ਨਾਖੁਸ਼ ਹੁੰਦੀ ਹੈ ਅਤੇ ਪਹਾੜਾਂ ਅਤੇ ਪਾਈਨ ਦੇ ਦਰੱਖਤਾਂ ਨੂੰ ਯਾਦ ਕਰਦੀ ਹੈ। ਉਹ ਆਪਣੀ ਦਾਦੀ ਨੂੰ ਵੀ ਪਹਿਲੀ ਵਾਰ ਮਿਲਦੀ ਹੈ। ਇਸ ਕਹਾਣੀ ਵਿੱਚ ਹੈਦੀ ਦੀ ਦਾਦੀ ਇਹ ਸਮਝਣਾ ਸ਼ੁਰੂ ਕਰਦੀ ਹੈ ਕਿ ਹੈਦੀ ਕਿੰਨਾ ਜ਼ਿਆਦਾ ਪਹਾੜਾਂ ਅਤੇ ਚਮਕਦੀ ਧੁੱਪ ਵਿੱਚ ਵਾਪਸ ਜਾਣਾ ਚਾਹੁੰਦੀ ਹੈ। ਉਸ ਦਿਨ ਰਾਤ ਦੇ ਖਾਣੇ ਤੋਂ ਬਾਅਦ ਹੈਦੀ ਦੀ ਦਾਦੀ ਸ਼੍ਰੀਮਤੀ ਸੈਸਮਨ ਨੇ ਨੌਕਰਾਣੀ ਮਿਸ ਰੌਟਨਮਾਇਰ ਨੂੰ ਕਿਹਾ, ਜਾਓ ਅਤੇ ਹੈਦੀ ਨੂੰ ਮੇਰੇ ਕਮਰੇ ਵਿੱਚ ਲੈ ਕੇ ਆਓ। ਮੇਰੇ ਕੋਲ ਕੁਝ ਚੰਗੀਆਂ ਕਿਤਾਬਾਂ ਹਨ ਜੋ ਮੈਂ ਉਸ ਨੂੰ ਦੇਣਾ ਚਾਹੁੰਦੀ ਹਾਂ। ਮਿਸ ਰੌਟਨਮਾਇਰ ਨੇ ਆਪਣੇ ਹੱਥਾਂ ਨੂੰ ਉਦਾਸੀ ਵਿੱਚ ਝਾੜਦੇ ਹੋਏ ਕਿਹਾ, ਪਰ ਸਿਰਫ ਇਹੀ ਕਿਤਾਬਾਂ ਉਸ ਦੇ ਕਿਸ ਕੰਮ ਦੀਆਂ ਹਨ? ਉਸ ਨੂੰ ਤਾਂ ਅਜੇ ਅੱਖਰਾਂ ਦੀ ਪਛਾਣ ਵੀ ਨਹੀਂ ਹੈ। ਉਸ ਨੂੰ ਕੁਝ ਵੀ ਸਿਖਾਉਣਾ ਨਾਮੁਮਕਿਨ ਹੈ। ਅਧਿਆਪਕ ਤੁਹਾਨੂੰ ਆਪਣੇ ਆਪ ਦੱਸੇਗਾ। ਜੇ ਉਸ ਕੋਲ ਸੰਤ ਵਰਗਾ ਸਬਰ ਨਾ ਹੁੰਦਾ ਤਾਂ ਉਹ ਬਹੁਤ ਪਹਿਲਾਂ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਛੱਡ ਦਿੰਦਾ। ਖੈਰ, ਇਹ ਅਜੀਬ ਹੈ। ਮੈਨੂੰ ਬੱਚਾ ਮੂਰਖ ਨਹੀਂ ਲੱਗਾ, ਸ਼੍ਰੀਮਤੀ ਸੈਸਮਨ ਨੇ ਕਿਹਾ। ਹੁਣ ਜਾਓ ਅਤੇ ਉਸ ਨੂੰ ਲੈ ਕੇ ਆਓ। ਉਹ ਫਿਲਹਾਲ ਤਸਵੀਰਾਂ ਨੂੰ ਦੇਖ ਸਕਦੀ ਹੈ। ਮਿਸ ਰੌਟਨਮਾਇਰ ਕੁਝ ਹੋਰ ਕਹਿਣ ਹੀ ਵਾਲੀ ਸੀ, ਪਰ ਸ਼੍ਰੀਮਤੀ ਸੈਸਮਨ ਮੁੜੀ ਅਤੇ ਜਲਦੀ ਨਾਲ ਆਪਣੇ ਕਮਰੇ ਵੱਲ ਚਲੀ ਗਈ। ਉਹ ਮਿਸ ਰੌਟਨਮਾਇਰ ਦੀਆਂ ਟਿੱਪਣੀਆਂ 'ਤੇ ਬਹੁਤ ਹੈਰਾਨ ਸੀ ਅਤੇ ਪੂਰੇ ਮਾਮਲੇ ਬਾਰੇ ਹੋਰ ਜਾਣਨ ਲਈ ਵਚਨਬੱਧ ਸੀ। ਸ਼ਾਇਦ ਅਧਿਆਪਕ ਮਦਦ ਕਰੇਗਾ। ਹਾਲਾਂਕਿ ਉਸ ਦੀ ਗੱਲਬਾਤ ਇੰਨੀ ਚੌਕਸੀ ਅਤੇ ਲੰਬੀ ਸੀ ਕਿ ਉਸਨੇ ਮਹਿਸੂਸ ਕੀਤਾ ਕਿ ਮੁਸ਼ਕਿਲ ਦੀ ਜੜ ਤੱਕ ਪਹੁੰਚਣਾ ਮੁਸ਼ਕਿਲ ਹੋ ਸਕਦਾ ਹੈ। ਹੈਦੀ ਕਿਤਾਬਾਂ ਵਿਚਲੀਆਂ ਖੂਬਸੂਰਤ ਰੰਗਾਂ ਦੀਆਂ ਤਸਵੀਰਾਂ ਨਾਲ ਬਹੁਤ ਖੁਸ਼ ਸੀ ਜੋ ਉਸ ਦੀ ਦਾਦੀ ਨੇ ਖਰੀਦੀਆਂ ਸਨ। ਅਚਾਨਕ ਉਹ ਉੱਚੀ ਰੋਣ ਲੱਗੀ ਜਦੋਂ ਉਸਨੇ ਪੇਜ ਪਲਟਿਆ ਅਤੇ ਜਦੋਂ ਬਜ਼ੁਰਗ ਔਰਤ ਨੇ ਬੱਚੇ ਵੱਲ ਦੇਖਿਆ ਤਾਂ ਉਸਨੇ ਦੇਖਿਆ ਕਿ ਹੰਝੂ ਉਸ ਦੀਆਂ ਗੱਲ੍ਹਾਂ ਉੱਤੇ ਵਗ ਰਹੇ ਸਨ। ਉਸਨੇ ਇੱਕ ਵਾਰ ਤਸਵੀਰ ਵੱਲ ਵੇਖਿਆ। ਇਸ ਵਿੱਚ ਹਰ ਤਰ੍ਹਾਂ ਦੇ ਜਾਨਵਰਾਂ ਨੂੰ ਹਰੇ ਚਰਾਗੇ ਵਿੱਚ ਚਰਦੇ ਹੋਏ ਦਰਸਾਇਆ ਗਿਆ ਸੀ। ਵਿਚਕਾਰ ਇੱਕ ਚਰਵਾਹਾ ਆਪਣੀ ਸੋਟੀ 'ਤੇ ਝੁਕਿਆ ਹੋਇਆ ਖੁਸ਼ੀ ਨਾਲ ਆਪਣੇ ਝੁੰਡ ਵੱਲ ਦੇਖ ਰਿਹਾ ਸੀ। ਸੂਰਜ ਸ਼ਿਤਿਜ ਵਿੱਚ ਡੁੱਬਣ ਵਾਲਾ ਸੀ ਅਤੇ ਉਸਦੀ ਸੁਨਹਿਰੀ ਰੌਸ਼ਨੀ ਹਰ ਜਗ੍ਹਾ ਬਿਖਰੀ ਹੋਈ ਸੀ। ਦਾਦੀ ਨੇ ਹੈਦੀ ਦਾ ਹੱਥ ਨਰਮੀ ਨਾਲ ਫੜਿਆ। ਰੋਵੋ ਨਾ ਪਿਆਰੇ ਬੱਚੇ, ਰੋਵੋ ਨਾ। ਫਿਲਹਾਲ ਇਹ ਤਸਵੀਰ ਤੁਹਾਨੂੰ ਕੁਝ ਯਾਦ ਕਰਵਾ ਰਹੀ ਹੈ। ਇਸ ਕਿਤਾਬ ਵਿੱਚ ਬਹੁਤ ਸਾਰੀਆਂ ਸੋਹਣੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਪੜ੍ਹਿਆ ਜਾ ਸਕਦਾ ਹੈ। ਹੁਣ ਆ ਜਾਓ ਆਪਾਂ ਗੱਲਬਾਤ ਕਰੀਏ। ਇਸ ਕਰਕੇ ਆਪਣੇ ਹੰਝੂ ਸੁਕਾ ਲਓ ਅਤੇ ਮੇਰੇ ਸਾਹਮਣੇ ਖੜ੍ਹੇ ਹੋ ਜਾਓ ਤਾਂ ਜੋ ਮੈਂ ਤੁਹਾਨੂੰ ਦੇਖ ਸਕਾਂ। ਇਹ ਠੀਕ ਹੈ। ਹੁਣ ਅਸੀਂ ਫਿਰ ਤੋਂ ਖੁਸ਼ ਹਾਂ। ਹੈਦੀ ਨੇ ਬਹੁਤ ਕੋਸ਼ਿਸ਼ ਕੀਤੀ ਨਾ ਉੱਚੀ ਰੋਣ ਦੀ ਅਤੇ ਜਦੋਂ ਉਹ ਆਖਿਰ ਵਿੱਚ ਸਫਲ ਹੋਈ, ਦਾਦੀ ਨੇ ਕਿਹਾ, ਹੁਣ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਕੁਝ ਦੱਸੋ ਬੱਚੇ। ਤੁਸੀਂ ਆਪਣੇ ਸਬਕਾਂ ਨਾਲ ਕਿਵੇਂ ਕਰ ਰਹੇ ਹੋ? ਕੀ ਉਹ ਤੁਹਾਨੂੰ ਪਸੰਦ ਹਨ? ਕੀ ਤੁਸੀਂ ਵਧੀਆ ਕਰ ਰਹੇ ਹੋ? ਹੈਦੀ ਨੇ ਹੌਲੀ ਅਤੇ ਉੱਚੀ ਸਾਹ ਲੈ ਕੇ ਕਿਹਾ, ਉਹ ਨਹੀਂ, ਮੈਨੂੰ ਪਤਾ ਹੈ ਕਿ ਇਹ ਨਾਮੁਮਕਿਨ ਹੈ। ਕੀ ਨਾਮੁਮਕਿਨ ਹੈ ਹੈਦੀ? ਤੇਰਾ ਕੀ ਮਤਲਬ ਹੈ? ਪੜ੍ਹਨਾ ਸਿੱਖਣਾ। ਇਹ ਬਹੁਤ ਮੁਸ਼ਕਿਲ ਹੈ। ਤੁਸੀਂ ਇੱਦਾਂ ਨਾ ਬੋਲੋ। ਤੁਹਾਨੂੰ ਇਹ ਕਿਸ ਨੇ ਕਿਹਾ? ਪੀਟਰ ਨੇ, ਅਤੇ ਉਹ ਜਾਣਦਾ ਹੈ। ਉਸਨੇ ਕੋਸ਼ਿਸ਼ ਕੀਤੀ ਸੀ ਪਰ ਉਹ ਸਿੱਖ ਨਹੀਂ ਸਕਿਆ। ਇਹ ਬਹੁਤ ਔਖਾ ਹੈ। ਫਿਰ ਪੀਟਰ ਕਿਸ ਤਰ੍ਹਾਂ ਦਾ ਮੁੰਡਾ ਹੋਵੇਗਾ? ਪਰ ਮੇਰੀ ਗੱਲ ਸੁਣੋ ਹੈਦੀ, ਸਾਨੂੰ ਕਦੇ ਵੀ ਪੀਟਰ ਦੀ ਗੱਲ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਪਰ ਆਪਣੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਕਦੇ ਆਪਣੇ ਪਾਠਾਂ ਵੱਲ ਚੰਗੀ ਤਰ੍ਹਾਂ ਧਿਆਨ ਨਹੀਂ ਦਿੱਤਾ ਹੋਵੇਗਾ ਜਾਂ ਅੱਖਰਾਂ ਵੱਲ ਚੰਗੀ ਤਰ੍ਹਾਂ ਨਹੀਂ ਦੇਖਿਆ ਹੋਵੇਗਾ। ਇਸ ਸਭ ਦਾ ਕੋਈ ਲਾਭ ਨਹੀਂ ਹੈ, ਹੈਦੀ ਨੇ ਇੱਕ ਲੰਬਾ ਨਾਂਹ-ਪੱਖੀ ਸਾਹ ਲੈਂਦੇ ਕਿਹਾ। ਹੁਣ ਹੈਦੀ, ਮੇਰੀ ਗੱਲ ਸੁਣੋ ਜੋ ਮੈਂ ਕਹਿਣਾ ਚਾਹੁੰਦੀ ਹਾਂ। ਤੁਸੀਂ ਪੜ੍ਹ ਨਹੀਂ ਸਕਦੇ ਕਿਉਂਕਿ ਜੋ ਪੀਟਰ ਨੇ ਕਿਹਾ ਹੈ ਤੁਸੀਂ ਉਸ ਉੱਤੇ ਭਰੋਸਾ ਕਰਦੇ ਹੋ। ਹੁਣ ਮੇਰੀ ਗੱਲ 'ਤੇ ਭਰੋਸਾ ਕਰੋ ਜੋ ਮੈਂ ਕਹਿ ਰਹੀ ਹਾਂ। ਜਦੋਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਬਹੁਤ ਸਾਰੇ ਬੱਚਿਆਂ ਵਾਂਗ ਪੜ੍ਹਨਾ ਸਿੱਖ ਸਕਦੇ ਹੋ ਜੋ ਤੁਹਾਡੇ ਵਰਗੇ ਹਨ, ਨਾ ਕਿ ਪੀਟਰ ਵਰਗੇ। ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਹੁੰਦਾ ਹੈ ਜਦੋਂ ਤੁਸੀਂ ਪੜ੍ਹ ਸਕਦੇ ਹੋ। ਕੀ ਤੁਸੀਂ ਸੁੰਦਰ ਹਰੇ ਚਰਗਾਹ ਉੱਤੇ ਚਰਵਾਹੇ ਨੂੰ ਵੇਖਦੇ ਹੋ? ਖੈਰ, ਜਿਵੇਂ ਹੀ ਤੁਸੀਂ ਪੜ੍ਹ ਸਕਦੇ ਹੋ, ਤੁਹਾਡੇ ਕੋਲ ਆਪਣੀ ਖੁਦ ਦੀ ਕਿਤਾਬ ਹੋਵੇਗੀ ਅਤੇ ਤੁਹਾਨੂੰ ਪੂਰੀ ਕਹਾਣੀ ਪਤਾ ਹੋਵੇਗੀ ਜਿਵੇਂ ਕਿ ਤੁਹਾਨੂੰ ਕੋਈ ਦੱਸ ਰਿਹਾ ਹੋਵੇ।
ਚਰਵਾਹੇ ਨੇ ਭੇਡਾਂ ਅਤੇ ਬੱਕਰੀਆਂ ਨਾਲ ਕੀ ਕੀਤਾ ਅਤੇ ਉਹ ਸਾਰੀਆਂ ਖੂਬਸੂਰਤ ਚੀਜ਼ਾਂ ਜੋ ਉਸ ਨਾਲ ਵਾਪਰੀਆਂ। ਹੈਦੀ, ਕੀ ਤੁਸੀਂ ਇਹ ਸਭ ਜਾਣਨਾ ਚਾਹੁੰਦੇ ਹੋ? ਹੈਦੀ ਬੜੇ ਧਿਆਨ ਨਾਲ ਸੁਣ ਰਹੀ ਸੀ ਅਤੇ ਹੁਣ ਚਮਕਦਾਰ ਅੱਖਾਂ ਨਾਲ ਉਹ ਉੱਚੀ ਬੋਲੀ, ਓਏ, ਕਾਸ਼ ਮੈਂ ਪਹਿਲਾਂ ਹੀ ਪੜ੍ਹ ਸਕਦੀ। ਤੁਸੀਂ ਕੁਝ ਹੀ ਸਮੇਂ ਵਿੱਚ ਸਿੱਖ ਲਵੋਗੇ, ਮੈਂ ਇਹ ਦੇਖ ਸਕਦੀ ਹਾਂ, ਪਰ ਹੁਣ ਤੁਹਾਨੂੰ ਕਲਾਰਾ ਕੋਲ ਜਾਣਾ ਚਾਹੀਦਾ ਹੈ। ਆਓ ਆਪਾਂ ਕਿਤਾਬਾਂ ਆਪਣੇ ਨਾਲ ਲੈ ਕੇ ਜਾਵਾਂਗੇ। ਦਾਦੀ ਨੇ ਹੈਦੀ ਦਾ ਹੱਥ ਫੜਿਆ ਅਤੇ ਉਹ ਇਕੱਠੀਆਂ ਪੜ੍ਹਨ ਗਈਆਂ। ਜਿਸ ਦਿਨ ਤੋਂ ਹੈਦੀ ਨੇ ਘਰ ਜਾਣ ਦੀ ਕੋਸ਼ਿਸ਼ ਕੀਤੀ ਸੀ ਅਤੇ ਮਿਸ ਰੌਟਨਮਾਇਰ ਨੇ ਉਸਨੂੰ ਇੰਨੇ ਦੁਸ਼ਟ ਅਤੇ ਨਾਸ਼ੁਕਰਗੁਜ਼ਾਰ ਹੋਣ ਲਈ ਝਿੜਕਿਆ ਸੀ, ਬੱਚੇ ਵਿੱਚ ਇੱਕ ਤਬਦੀਲੀ ਆਈ ਸੀ। ਉਹ ਹੁਣ ਜਾਣਦੀ ਹੈ ਕਿ ਉਹ ਜਦੋਂ ਵੀ ਚਾਹੁੰਦੀ ਸੀ ਘਰ ਨਹੀਂ ਜਾ ਸਕਦੀ ਸੀ, ਪਰ ਉਸਨੂੰ ਫਰੈਂਕਫਰਟ ਵਿੱਚ ਲੰਬਾ ਸਮਾਂ ਰਹਿਣਾ ਪਵੇਗਾ, ਸ਼ਾਇਦ ਪੂਰੀ ਜ਼ਿੰਦਗੀ। ਉੱਥੇ ਕੋਈ ਵੀ ਨਹੀਂ ਸੀ ਜਿਸ ਨੂੰ ਉਹ ਦੱਸ ਸਕਦੀ ਕਿ ਉਹ ਘਰ ਨੂੰ ਕਿੰਨਾ ਯਾਦ ਕਰਦੀ ਸੀ, ਕਿਉਂਕਿ ਉਹ ਦਾਦੀ ਮਾਂ, ਜੋ ਕਿ ਉਸ ਪ੍ਰਤੀ ਬਹੁਤ ਦਿਆਲੂ ਸੀ, ਦੇ ਨਾਰਾਜ਼ ਹੋਣ ਦਾ ਕਾਰਨ ਬਣਨ ਦਾ ਸਾਹਮਣਾ ਨਹੀਂ ਕਰ ਸਕਦੀ ਸੀ, ਜਿੱਦਾਂ ਕਿ ਮਿਸ ਰੌਟਨਮਾਇਰ ਹੋ ਗਈ ਸੀ। ਉਹ ਹੋਰ ਖਾ ਨਹੀਂ ਸਕਦੀ ਸੀ ਅਤੇ ਕਮਜ਼ੋਰ ਹੋ ਗਈ ਸੀ। ਉਹ ਪਹਾੜਾਂ ਵਿੱਚ ਆਪਣੀ ਜ਼ਿੰਦਗੀ ਬਾਰੇ ਸੋਚਦਿਆਂ ਬਹੁਤ ਘੰਟੇ ਲੰਮੀ ਪਈ ਜਾਗਦੀ ਰਹੀ। ਅਖੀਰ ਵਿੱਚ ਜਦੋਂ ਉਹ ਸੁੱਤੀ ਤਾਂ ਉਸਨੂੰ ਪਹਾੜ ਦੀ ਲਾਲ ਚੋਟੀ, ਸੂਰਜ ਦੀ ਰੌਸ਼ਨੀ ਅਤੇ ਫੁੱਲਾਂ ਦਾ ਸੁਪਨਾ ਆਇਆ। ਜਦੋਂ ਉਹ ਸਵੇਰੇ ਉੱਠੀ ਤਾਂ ਉਹ ਖੁਸ਼ੀ-ਖੁਸ਼ੀ ਸੂਰਜ ਦੀ ਰੌਸ਼ਨੀ ਵਿੱਚ ਦੌੜਨਾ ਚਾਹੁੰਦੀ ਸੀ, ਪਰ ਜਲਦੀ ਹੀ ਉਸਨੂੰ ਮਹਿਸੂਸ ਹੋਇਆ ਕਿ ਉਹ ਫਰੈਂਕਫਰਟ ਦੇ ਵਿੱਚ ਇੱਕ ਵੱਡੇ ਬੈੱਡ 'ਤੇ ਹੈ। ਫਿਰ ਹੈਦੀ ਚੁੱਪਚਾਪ ਅਤੇ ਲੰਬਾ ਸਮਾਂ ਰੋਂਦੀ ਰਹੀ। ਉਸਦਾ ਸਿਰ ਸਿਰਹਾਣੇ ਥੱਲੇ ਦੱਬਿਆ ਹੋਇਆ ਸੀ ਤਾਂ ਜੋ ਕੋਈ ਵੀ ਉਸਨੂੰ ਸੁਣ ਨਾ ਸਕੇ। ਹੈਦੀ ਦੀ ਨਾਖੁਸ਼ੀ ਦਾਦੀ ਦੀ ਨਜ਼ਰ ਤੋਂ ਆਉਣ ਤੋਂ ਬਚ ਨਾ ਸਕੀ। ਇੱਕ ਦਿਨ ਉਸਨੇ ਪੁੱਛਿਆ ਕਿ ਕੀ ਗੱਲ ਸੀ। ਹੈਦੀ ਉਸਨੂੰ ਸੱਚ ਦੱਸਣ ਤੋਂ ਡਰਦੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਦਾਦੀ ਇਹ ਸੋਚੇ ਕਿ ਉਹ ਇੱਕ ਨਾਸ਼ੁਕਰਗੁਜ਼ਾਰ ਬੱਚਾ ਹੈ। ਇਸ ਕਰਕੇ ਉਸਨੇ ਕਿਹਾ, ਕਿਰਪਾ ਕਰਕੇ ਮੈਂ ਨਹੀਂ ਦੱਸ ਸਕਦੀ। ਫਿਰ ਕੀ ਤੁਸੀਂ ਕਲਾਰਾ ਨੂੰ ਦੱਸ ਸਕਦੇ ਹੋ? ਉਹ ਨਹੀਂ, ਮੈਂ ਕਿਸੇ ਨੂੰ ਵੀ ਨਹੀਂ ਦੱਸ ਸਕਦੀ, ਹੈਦੀ ਨੇ ਤਰਸਯੋਗ ਹਾਲਤ ਵਿੱਚ ਕਿਹਾ। ਫਿਰ ਛੋਟੇ ਬੱਚੇ, ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਜਦੋਂ ਅਸੀਂ ਮੁਸ਼ਕਿਲ ਵਿੱਚ ਹੁੰਦੇ ਹਾਂ ਅਤੇ ਇਸ ਬਾਰੇ ਕਿਸੇ ਨੂੰ ਨਹੀਂ ਦੱਸ ਸਕਦੇ ਤਾਂ ਸਾਨੂੰ ਪਰਮਾਤਮਾ ਅੱਗੇ ਮਦਦ ਦੀ ਅਰਦਾਸ ਕਰਨੀ ਚਾਹੀਦੀ ਹੈ। ਉਹ ਤੁਹਾਡੇ ਦਰਦ ਨੂੰ ਘੱਟ ਕਰੇਗਾ। ਅਚਾਨਕ ਹੈਦੀ ਦੀਆਂ ਅੱਖਾਂ ਵਿੱਚ ਆਨੰਦ ਦੀ ਨਜ਼ਰ ਆਈ। ਕੀ ਮੈਂ ਉਹਨਾਂ ਨੂੰ ਸਭ ਕੁਝ ਦੱਸ ਸਕਦੀ ਹਾਂ? ਹਾਂ ਹੈਦੀ, ਸਭ ਕੁਝ। ਇਸ ਤੋਂ ਤਕਰੀਬਨ ਇੱਕ ਹਫ਼ਤੇ ਬਾਅਦ ਅਧਿਆਪਕ ਨੇ ਦਾਦੀ ਨਾਲ ਮੁਲਾਕਾਤ ਕੀਤੀ ਅਤੇ ਖੁਸ਼ਖਬਰੀ ਦਿੱਤੀ ਕਿ ਹੈਦੀ ਨੇ ਆਖਰ ਪੜ੍ਹਨਾ ਸਿੱਖ ਲਿਆ ਹੈ। ਉਸਨੇ ਕਿਹਾ, ਅਜਿਹਾ ਲੱਗਦਾ ਹੈ ਜਿਵੇਂ ਹੈਦੀ ਨੇ ਰਾਤੋਂ ਰਾਤ ਪੜ੍ਹਨਾ ਸਿੱਖ ਲਿਆ ਹੋਵੇ, ਬਾਕੀ ਸ਼ੁਰੂਆਤ ਕਰਨ ਵਾਲਿਆਂ ਤੋਂ ਅਲੱਗ। ਜ਼ਿੰਦਗੀ ਚਮਤਕਾਰਾਂ ਨਾਲ ਭਰੀ ਹੋਈ ਹੈ, ਸ਼੍ਰੀਮਤੀ ਸੈਸਮਨ ਨੇ ਮੁਸਕਰਾ ਕੇ ਕਿਹਾ। ਹੁਣ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਬੱਚੇ ਨੇ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਉਸਦੇ ਭਵਿੱਖ ਦੀ ਤਰੱਕੀ ਦੀ ਉਮੀਦ ਕਰਦੀ ਹਾਂ। ਦਾਦੀ ਮਾਂ ਪੜ੍ਹਾਈ ਵਾਲੀ ਜਗ੍ਹਾ ਗਈ ਤਾਂ ਜੋ ਇਸ ਚੰਗੀ ਖਬਰ ਨੂੰ ਪੱਕਿਆਂ ਕਰ ਸਕੇ। ਬਿਲਕੁਲ ਹੀ ਉੱਥੇ ਹੈਦੀ ਬੈਠੀ ਹੋਈ ਸੀ, ਕਲਾਰਾ ਦੇ ਨਾਲ, ਤੇ ਉਸ ਲਈ ਉੱਚੀ ਪੜ੍ਹ ਰਹੀ ਸੀ। ਸਪਸ਼ਟ ਹੀ ਖੁਦ ਵੀ ਹੈਰਾਨ ਸੀ ਅਤੇ ਵੱਧ ਤੋਂ ਵੱਧ ਖੁਸ਼ ਹੋਈ ਜਾ ਰਹੀ ਸੀ ਨਵੇਂ ਸੰਸਾਰ ਬਾਰੇ ਜੋ ਉਸ ਲਈ ਖੁੱਲ੍ਹ ਚੁੱਕਾ ਸੀ। ਕਾਲੇ ਅੱਖਰ ਜਿੰਦਾ ਹੋ ਗਏ ਸਨ ਤੇ ਬਦਲ ਚੁੱਕੇ ਸੀ ਬੰਦਿਆਂ ਤੇ ਚੀਜ਼ਾਂ ਤੇ ਮਜ਼ੇਦਾਰ ਕਹਾਣੀਆਂ ਵਿੱਚ। ਉਸ ਸ਼ਾਮ ਰਾਤ ਦੇ ਖਾਣੇ ਵਾਲੀ ਮੇਜ਼ 'ਤੇ ਹੈਦੀ ਨੂੰ ਉਸਦੀ ਪਲੇਟ ਦੇ ਕੋਲ ਇੱਕ ਸੁੰਦਰ ਤਸਵੀਰਾਂ ਵਾਲੀ ਵੱਡੀ ਕਿਤਾਬ ਮਿਲੀ। ਜਦੋਂ ਉਸਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਦਾਦੀ ਵੱਲ ਦੇਖਿਆ ਤਾਂ ਬਜ਼ੁਰਗ ਔਰਤ ਨੇ ਦਿਆਲਤਾ ਨਾਲ ਸਿਰ ਹਿਲਾਇਆ ਅਤੇ ਕਿਹਾ, ਹਾਂ, ਇਹ ਹੁਣ ਤੁਹਾਡੀ ਹੈ। ਮੇਰੀ ਹਮੇਸ਼ਾ ਰੱਖਣ ਲਈ? ਜਦੋਂ ਮੈਂ ਘਰ ਜਾਵਾਂਗੀ ਉਦੋਂ ਵੀ? ਹੈਦੀ ਨੇ ਖੁਸ਼ੀ ਨਾਲ ਲਾਲ ਹੁੰਦੇ ਪੁੱਛਿਆ। ਹਾਂ, ਬਿਲਕੁਲ, ਹਮੇਸ਼ਾ ਲਈ, ਦਾਦੀ ਨੇ ਉਸਨੂੰ ਭਰੋਸਾ ਦਿਵਾਇਆ। ਕੱਲ੍ਹ ਤੋਂ ਅਸੀਂ ਇਸ ਨੂੰ ਪੜ੍ਹਨਾ ਸ਼ੁਰੂ ਕਰਾਂਗੇ। ਸੌਣ ਤੋਂ ਪਹਿਲਾਂ ਹੈਦੀ ਨੇ ਕਿਤਾਬ ਵੱਲ ਦੇਖਿਆ ਅਤੇ ਉਸ ਦਿਨ ਤੋਂ ਉਸ ਦੀ ਸਭ ਤੋਂ ਵੱਡੀ ਖੁਸ਼ੀ ਸੀ ਵਾਰ-ਵਾਰ ਕਹਾਣੀਆਂ ਨੂੰ ਪੜ੍ਹਨਾ ਜਿਹੜੀਆਂ ਸੁੰਦਰ ਤਸਵੀਰਾਂ ਨਾਲ ਸੰਬੰਧ ਰੱਖਦੀਆਂ ਸਨ।